ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਜਸ ਟੀਵੀ ਦੇ ਨਾਲ ਤੇ ਅਸੀਂ ਇਸ ਵਕਤ ਉਸੇ ਕੜੀ ਨੂੰ ਅੱਗੇ ਤੋਰ ਰਹੇ ਹਾਂ ਜਿਸ ਕੜੀ ਦਾ ਨਾਮ ਹੈ ਸਮਾਜ ਸੇਵਾ ਅਤੇ ਸੰਵਿਧਾਨ ਅਤੇ ਉਸ ਦੀਆਂ ਚੋਰ ਮੋਰੀਆਂ। ਇੱਥੋਂ ਕੋਈ ਮਰੀਜ਼ ਜਾ ਰਹੇ ਆ ਪ੍ਰਭ ਆਸਰਾ ਤੋਂ, ਉਸ ਲਈ ਬੂਹੇ ਢੋਲੇ ਗਏ, ਹਾਲਾਂਕਿ ਉਹ ਕੋਵਿਡ ਪੇਸ਼ੈਂਟ ਨਹੀਂ, ਉਸ ਲਈ ਬੂਹੇ ਢੋਲੇ ਗਏ। ਅੰਤ ਨੂੰ ਫਿਰ ਕੀ ਹੁੰਦਾ ਹੈ ਕਿ ਜਦੋਂ ਥੱਕ ਹਾਰ ਕੇ ਸਾਰੇ ਰਾਹ ਬੰਦ ਹੋ ਜਾਂਦੇ ਆ ਤਾਂ ਫਿਰ ਇੱਕ ਨਵੀਂ ਬਿਲਡਿੰਗ ਲੈਣੀ ਪੈਂਦੀ ਆ ਜਿਸ ਦੀ ਕੀਮਤ 4-5 ਕਰੋੜ ਦੇ ਕਰੀਬ ਜੀ, ਜਿਹਦੇ ਵਿੱਚ ਹੀ ਸਾਡਾ ਲਗਭਗ ਉਹ 4.5 ਕਰੋੜ ਦਾ ਬਜਟ ਬਣਿਆ। 4.5 ਕਰੋੜ ਦਾ ਬਜਟ ਬਣਿਆ। ਪਿਆਰੇ ਦਰਸ਼ਕੋ, ਚਰਚਾ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗਾ। ਇਹ ਚਰਚਾ ਮੈਂ ਇਸ ਕਰਕੇ ਮਹੱਤਵਪੂਰਨ ਸਮਝ ਰਿਹਾ ਕਿ ਤੁਹਾਡੇ ਕੋਲੇ ਗੱਲਾਂ ਸਾਰੀਆਂ ਪਹੁੰਚਣੀਆਂ ਚਾਹੀਦੀਆਂ ਨੇ, ਉਹ ਚਾਹੇ ਪਰਤਦਾਰ ਪਰਤ ਖੁੱਲ੍ਹਣ ਪਰ ਖੁੱਲ੍ਹਣੀਆਂ ਜ਼ਰੂਰ ਚਾਹੀਦੀਆਂ ਨੇ ਜੀ। ਸਰ, ਆਪਾਂ ਉੱਥੋਂ ਹੀ ਕੰਟੀਨਿਊ ਕਰਦੇ ਹਾਂ ਕਿ ਹਸਪਤਾਲਾਂ ਨੇ ਜਵਾਬ ਦੇ ਦਿੱਤਾ, ਸਰਕਾਰ ਨੇ ਪੱਲਾ ਨਹੀਂ ਫੜਿਆ, ਨਾ ਪੱਲਾ ਫੜਿਆ ਨਾ ਬਾਂਹ ਫੜਿਆ, ਬਲਕਿ ਉਹ ਤਾਂ ਤੁਹਾਡੇ ਸਿਰ ਸੁੱਟ ਕੇ ਚਲੇ ਜਾਂਦੇ ਸੀਗੇ। ਉਹ ਜਿਹੜਾ ਹਸਪੀਟਲ ਤੁਸੀਂ ਲਿਆ ਉਹਦੀ ਦਾਸਤਾਨ ਦੱਸੋ ਜਿਹਦਾ ਕਰਜ਼ਾ ਹਜੇ ਵੀ ਆਪਣੇ ਸਿਰ। ਹਾਂ ਨਹੀਂ, ਬਿਲਕੁਲ। ਪਹਿਲੀ ਗੱਲ ਜਿਹੜੀ ਤੁਸੀਂ ਟੈਂਟਾਂ ਦੀ ਗੱਲ ਕਰ ਰਹੇ ਸੀ, ਬੜੇ ਨੇੜੇ ਹੋ ਕੇ ਅਸੀਂ ਦੇਖਿਆ ਵੀ ਸ਼ਾਇਦ ਜਿਹੜੇ ਟੈਂਟ ਲੱਗਦੇ ਆ ਚੰਡੀਗੜ੍ਹ ਦੇ ਵਿੱਚ ਨਾ, ਵੀ ਉੱਥੇ ਬਜ਼ੁਰਗਾਂ ਨੂੰ ਕੋਈ ਸਹਾਰਾ ਜਾਂ ਜਿਹੜੇ ਵਿਚਾਰੇ ਆਪਣੀ ਸੰਭਾਲ ਤੋਂ ਮੁਹਤਾਜ ਨੇ, ਕੁਛ ਉਹਨਾਂ ਨੂੰ ਵੀ ਪਾਣੀ ਦਾ ਅਰੇਂਜਮੈਂਟ ਹੋਊਗਾ, ਉਹਨਾਂ ਲਈ ਕੋਈ ਕੇਅਰ ਟੇਕਰ ਹੋਊਗਾ, ਕੋਈ ਨਾ ਕੋਈ ਮਾੜਾ ਮੋਟਾ ਨੂੰ ਹਸਪੀਟਲ ਸ਼ਿਫਟ ਕਰਨ ਵਾਲਾ ਹੋਊਗਾ, ਕੋਈ ਖਾਣਾ ਖਿਲਾਉਣ ਵਾਲਾ ਹੋਊਗਾ। ਇਹ ਚੀਜ਼ ਉਹਨਾਂ ਟੈਂਟਾਂ 'ਚ ਨਹੀਂ ਦਿਖੀ। ਉਹ ਕਿੱਦਾਂ ਹੈਲਪਫੁਲ ਹੋਣਗੇ? ਮੈਂ ਅਖੀਰ ਤੇ ਉਹਨਾਂ ਨੂੰ ਕਿਹਾ ਵੀ ਇਹਨਾਂ ਟੈਂਟਾਂ ਵਿੱਚ ਹੈ ਕੌਣ ਹੈ? ਰਾਤ ਨੂੰ ਬਜ਼ੁਰਗ ਨੂੰ ਪਾਣੀ ਦੀ ਲੋੜ ਪੈ ਗਈ, ਕੌਣ ਦਊਗਾ? ਰਾਤ ਨੂੰ ਕੋਈ ਵੀ ਚੀਜ਼ ਦੀ ਲੋੜ ਪੈਗੀ, ਕੌਣ ਦੇਗਾ? ਕਹਿੰਦੇ ਅਰੇਂਜਮੈਂਟ ਨਹੀਂ। ਮੈਂ ਕਿਹਾ ਸਾਰੇ ਟੈਂਟ ਜਿਹੜੇ ਇਕੱਠੇ ਕਰਕੇ ਇਹਦੇ ਨਾਲੋਂ ਇੱਕ ਟੈਂਟ ਖੋਲ੍ਹ ਦਿਓ ਜਿਹਦੇ ਵਿੱਚ ਕੋਈ ਸਹਾਰਾ ਮਿਲ ਸਕੇ, ਉਹਨਾਂ ਨੂੰ ਕਿਸੇ ਦੇ ਕੰਮ ਤਾਂ ਆ ਸਕੇ। ਉਹ ਇਹ ਗੱਲ ਅੱਜ ਤੋਂ ਬਹੁਤ ਦੇਰ ਲੰਮੇ ਸਮੇਂ ਤੋਂ ਅਸੀਂ ਕਰਦੇ ਆ ਰਹੇ ਹਾਂ ਵੀ ਉਹ ਮੀਨਿੰਗਫੁਲ ਕਿੱਦਾਂ, ਮਤਲਬ ਜਿਹਨੂੰ ਕਹੀਏ ਰਿਜ਼ਲਟ ਓਰੀਐਂਟਡ ਵਰਕ ਕਿੱਦਾਂ। ਕੋਈ ਸ਼ੱਕ ਨਹੀਂ, ਕਹਿੰਦੇ 108 ਨੂੰ ਐਂਬੂਲੈਂਸ ਜਿਹੜੀ ਹੈਗੀ ਹੈ ਵੀ ਉਹ ਐਕਸੀਡੈਂਟ ਕੇਸ ਚੱਕੇਗੀ, ਚੱਕ ਲੈਂਦੀ ਹੈ, ਪਰ ਉਸ ਵੇਲੇ ਉਹਨੂੰ ਸੀਟੀ ਸਕੈਨ ਕਰਾ ਕੇ ਆਪਰੇਟ ਕਰਨ ਦੀ ਲੋੜ ਹੈ। ਉਹਦੇ ਵਾਰਸ ਆਏ ਨਹੀਂ ਹੈਗੇ, ਉਹਦਾ ਕੋਈ ਸੀਟੀ ਸਕੈਨ ਕਰਾਉਣ ਵਾਲਾ ਕੋਈ ਸਰਕਾਰ ਕਰਾ ਰਹੀ ਹੈ? ਕਿੰਨੇ ਨਾਗਰਿਕਾਂ ਦੀ ਸਾਡੇ ਸਾਹਮਣੇ ਡੈਥ ਹੋਈ ਹੈ। ਸਾਡਾ ਦੇਸ਼ ਹੈ, ਅਸੀਂ ਨਿੰਦ ਨਹੀਂ ਰਹੇ, ਪਰ ਸਾਨੂੰ ਦਰਦ ਹੈ ਕਿ ਸਾਡੇ ਦੇਸ਼ ਦੇ ਨੌਜਵਾਨ, ਸਾਡੇ ਦੇਸ਼ ਦੇ ਨਾਗਰਿਕ ਇਹੋ ਜਿਹੀ ਐਮਰਜੈਂਸੀ ਦੇ ਵਿੱਚ ਬਿਨਾਂ ਸ਼ਰਤ ਉਹਨਾਂ ਨੂੰ ਜਾਂਦੇ ਹੀ ਡਾਇਗਨੋਸ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਕਿਉਂ ਨਹੀਂ ਕੀਤਾ ਜਾਂਦਾ? ਡਾਕਟਰਾਂ ਦਾ ਇੱਕ ਪੈਨਲ ਬਣਾ ਕੇ ਵੀ ਨਹੀਂ ਇਮੀਡੀਏਟਲੀ ਆਪਰੇਟ ਕਰਨ ਦੀ ਲੋੜ ਹੈ ਨਾਗਰਿਕ ਨੂੰ ਬਚਾਉਣ ਦੇ ਲਈ। ਬਹੁਤ ਸਾਰੀਆਂ ਪਾਲਿਸੀਆਂ। ਗੱਲ ਚੋਰ ਮੋਰੀ ਜਿਹੜੀ ਤੁਸੀਂ ਕਹੀ ਜਾਂਦੇ ਨਾ, ਇਹਦਾ ਵਾਰਸ ਨਹੀਂ ਜੀ, ਜਿਹਦਾ ਲੀਗਲ ਗਾਰਡੀਅਨ ਨਹੀਂ ਹੈਗਾ, ਇਹਦਾ ਨੈਚੁਰਲ ਗਾਰਡੀਅਨ ਨਹੀਂ ਹੈਗਾ, ਅਸੀਂ ਕਿਵੇਂ ਉਹ ਤੋਂ ਦਸਤਖਤ ਕਰਾਉਣੇ ਸੀ, ਅਸੀਂ ਤਾਂ ਆਪਰੇਟ ਕਰਨਾ ਸੀ? ਨਹੀਂ, ਨਾਗਰਿਕ ਦੀ ਜਾਨ ਬਚਾਉਣ ਲਈ ਬਹੁਤ ਸਾਰੇ ਤਰੀਕੇ ਹੈਗੇ ਆ, ਪਰ ਜੇਕਰ ਨੀਅਤ ਹੋਵੇ ਤੇ ਨੀਤੀ ਉੱਦਾਂ ਦੀ ਬਣ ਜਾਂਦੀ ਹੈਗੀ ਹੈ ਤੇ ਨਾਗਰਿਕ ਦੀ ਵੱਡੇ ਪੱਧਰ 'ਤੇ ਹੈਲਪ ਹੋ ਸਕਦੀ ਹੈ। ਗੱਲ ਕਰ ਰਹੇ ਸੀ ਤੁਸੀਂ ਹਸਪੀਟਲ ਦੀ, ਵੀ ਹਸਪੀਟਲ ਉਸ ਵੇਲੇ ਸਾਡੇ ਆਰਥਿਕ ਹਾਲਾਤ ਨਹੀਂ ਸੀ ਇਜਾਜ਼ਤ ਦਿੰਦੇ, ਵੀ ਉਸ ਵੇਲੇ ਨਵੇਂ ਕੇਸ ਆਏ, ਉਹਨਾਂ ਨੂੰ ਕਿੱਦਾਂ ਸੰਭਾਲਣਾ, ਕੁਆਰੰਟਾਈਨ ਕਿੱਦਾਂ ਕਰਨਾ, ਫਿਰ ਦੂਜਿਆਂ ਨੂੰ ਕਿੱਦਾਂ ਸੇਫ ਰੱਖਣਾ। ਛੋਟੇ ਛੋਟੇ ਬੱਚੇ ਹੈ, ਇੰਨੇ ਬਜ਼ੁਰਗਾਂ ਵਿੱਚ ਵੀ ਜਿਹੜੇ ਬੰਦੇ ਨੂੰ ਕੁਆਰੰਟਾਈਨ ਕਰਦੇ ਆ ਉਹਦੇ ਕੋਲ ਨਰਸ ਹੈ। ਹੁਣ ਇਹਦਾ ਪ੍ਰੈਕਟੀਕਲ ਤੁਸੀਂ ਰੂਪ ਦੇਖਿਓ ਵੀ ਉਹ ਨਰਸ ਜਿਹੜੀ ਹੋਊਗੀ, ਫਿਰ ਉਹ ਨਰਸ ਜਦੋਂ ਬਾਹਰ ਆਏਗੀ ਉਹਦੀ ਕੇਅਰ ਕਰਕੇ ਤੇ ਫਿਰ ਉਹ ਹੋਰ ਕਿਸੇ ਦੇ ਵੀ ਲਿੰਕ 'ਚ ਨਹੀਂ ਜਾਊਗੀ। ਹੁਣ ਇੱਕ ਸਮੇਂ 'ਤੇ ਮੰਨ ਲਓ 3 ਬੰਦੇ ਕੁਆਰੰਟਾਈਨ ਕਰ ਦਿੱਤੇ ਹੈ, ਉਹ 'ਚ 3 ਨਰਸਾਂ 3 ਸੇਵਾਦਾਰ ਲੱਗ ਗਏ ਹੈ, ਫਿਰ 24 ਘੰਟੇ ਦੇ ਵਿੱਚ ਮਤਲਬ ਹੋਰ ਜ਼ਿਆਦਾ ਦੀ ਲੋੜ ਪੈ ਰਹੀ ਹੈ। ਫਿਰ ਉਹਨੂੰ ਚੇਂਜ ਕਰਨਾ ਹੈਗਾ ਕਿ ਉਸ ਤੋਂ ਬਾਅਦ ਫਿਰ ਉਹ ਨੋਰਮਲ ਦੇ ਵਿੱਚ ਨਹੀਂ ਜਾਣਗੇ, ਫਿਰ ਉਹ ਸੇਵਾਦਾਰਾਂ ਨੂੰ ਵੀ ਕੁਆਰੰਟਾਈਨ ਕਰਨਾ ਪੈਂਦਾ ਸੀ ਸਾਨੂੰ। ਮਤਲਬ ਹਾਲਾਤ ਇਹੋ ਜਿਹੇ ਬਣਦੇ ਰਹੇ ਵੀ ਜਿਹੜੇ ਅਸੀਂ ਨਾਗਰਿਕ ਬਾਹਰੋਂ ਮਿਲਦੇ ਉਹਨਾਂ ਨੂੰ ਕੁਆਰੰਟਾਈਨ ਕਰਨਾ, ਜਿਹੜੇ ਉਹਦੀ ਸੇਵਾ ਕਰਦੇ ਸੀ ਉਹਨਾਂ ਨੂੰ ਵੀ ਕਰਨਾ ਪੈਂਦਾ ਸੀ। ਮਤਲਬ ਇੰਨੀ ਜ਼ਿਆਦਾ ਮੈਨ ਪਾਵਰ ਸਾਨੂੰ ਚਾਹੀਦੀ ਸੀ ਉਸ ਵੇਲੇ। ਇੰਨੀਆਂ ਨਰਸਾਂ ਵਿਚਾਰੀਆਂ ਥੱਲੇ ਬੈੱਡ ਲਾ ਕੇ ਉਹਨਾਂ ਦੇ ਮਤਲਬ ਇੱਕਦਮ ਸਾਰਾ ਕੁਝ ਗੱਦੇ ਲਾ ਕੇ ਉਹਨਾਂ ਨੂੰ ਕਿੱਦਾਂ ਐਡਜਸਟ ਕਰਨਾ। ਡਾਕਟਰ ਨੂੰ ਦਿਨ ਰਾਤ ਵਿੱਚ ਬਾਹਰ ਹਸਪੀਟਲਾਂ 'ਚ ਦਰਵਾਜ਼ੇ ਬੰਦ, ਜਿਵੇਂ ਨਾ ਉੱਧਰੋਂ ਦਾ ਕਰਦਾ ਅਟੈਕ ਕਿਸੇ ਨੇ ਤੇ ਉੱਧਰ ਸਾਡੀ ਜਿਹੜੀ ਆਰਮੀ ਹੈਗੀ ਆ ਉਹ ਸਾਰੀ ਛੁੱਟੀ ਚਲੀ ਜਾਵੇ ਵੀ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ, ਅਟੈਕ ਕਰ ਦਿੱਤਾ ਉਹਨੇ। ਐਸੇ ਤਰੀਕੇ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਸੰਭਾਲਿਆ ਉਹਨਾਂ ਨੂੰ ਸਲੂਟ ਹੈ। ਵੱਡੀ ਗਿਣਤੀ 'ਚ ਪਰਿਵਾਰ ਦੇ ਮੈਂਬਰ ਵੀ ਡਰ ਗਏ, ਪਿੱਛੇ ਹਟ ਗਏ ਤੇ ਉਹਦੇ ਵਿੱਚ ਜਿਹੜਾ ਮੌਕੇ 'ਤੇ ਜੋ ਸਾਡਾ ਲਾਈਕ ਡਿਪਾਰਟਮੈਂਟ ਸੀ ਮੈਡੀਕਲ, ਉਹ ਸਾਡਾ ਜਦੋਂ ਐਂਬੂਲੈਂਸ ਵਾਲਾ ਇਕੱਲਾ ਹੀ ਚੱਕ ਕੇ ਲੈ ਕੇ ਆ ਰਿਹਾ। ਮੈਂ ਕਿਹਾ ਕਿੱਥੇ ਛੱਡ ਕੇ ਆਇਆ? ਕਹਿੰਦਾ ਨਹੀਂ, ਮੈਨੂੰ 32 ਹਸਪੀਟਲ 'ਚ ਲੈ ਕੇ ਗਿਆ, ਇਹ ਹਸਪੀਟਲ ਨੇ ਮਤਲਬ ਰਿਸੀਵ ਨਹੀਂ ਕੀਤਾ ਕਿ ਉਹ ਇਕੱਲਾ ਇੱਕ ਜਾਂ ਸਾਡੇ 2 ਮੈਂਬਰ ਜਿਹੜੇ ਵਿਚਾਰੇ ਮਤਲਬ ਇੰਨੇ ਐਕਸਪਰਟ ਵੀ ਨਹੀਂ ਹੁੰਦੇ ਤੇ ਉਹ ਮਤਲਬ ਇਹ ਪਿਛਲੇ ਲੰਮੇ ਸਮੇਂ ਤੋਂ ਸਾਨੂੰ ਬਹੁਤ ਵੱਡੀਆਂ ਮਜਬੂਰੀਆਂ ਵੀ ਮੈਂਟਲ ਹਸਪੀਟਲ ਵੀ ਆਪਣਾ ਸ਼ੁਰੂ ਕਰਨ ਵਾਲਾ ਹੈ। ਸਾਡੇ ਮਤਲਬ ਹਾਲਾਤ ਫੋਰਸ ਕਰ ਰਹੇ ਵੀ ਕਿੱਥੇ ਲੈ ਕੇ ਜਾਈਏ, ਆਪਣਾ ਸ਼ੁਰੂ ਕਰੀਏ ਮੈਂਟਲ। ਮਤਲਬ ਨਾਗਰਿਕ ਨੂੰ ਬਚਾਉਣਾ ਤਾਂ ਗੌਰਮੈਂਟ ਨੇ ਸੀ, ਮਤਲਬ ਅਸੀਂ ਕਿੱਦਾਂ ਸਪੋਰਟ ਕਰੀਏ, ਇਹ ਬੜਾ ਚਿੰਤਨ ਦਾ ਵਿਸ਼ਾ ਹੈ। ਜਿੰਨਾ ਡਿਪਰੈਸ਼ਨ ਰੇਟ ਹੈ, ਇੰਟੈਲੈਕਚੁਅਲੀ ਜਿਹੜੇ ਵੀਕ ਬੱਚੇ ਆ ਸਾਡੇ, ਉਹਨਾਂ ਦੇ ਮਾਂ-ਬਾਪ ਬਜ਼ੁਰਗ ਹੋ ਗਏ ਹੈ, ਉਹ ਬਜ਼ੁਰਗ ਮਾਂ-ਬਾਪ ਆਪ ਬੈੱਡ 'ਤੇ ਪਏ ਆ, ਹੁਣ ਉਹਨਾਂ ਦੀ ਬੱਚੀ ਹੈਗੀ ਹੈ, ਹੁਣ ਉਹ ਬੱਚੀ ਨੂੰ ਕੌਣ ਸੰਭਾਲੂਗਾ? ਉਹ ਕਹਿੰਦੇ ਸਾਨੂੰ ਇਹੀ ਚਿੰਤਾ ਖਾਈ ਜਾ ਰਹੀ ਹੈ ਵੀ ਸਾਡੀ ਬੱਚੀ, ਸਾਡੇ ਤੋਂ ਬਾਅਦ ਸਾਡਾ ਬੱਚਾ, ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਕਿਉਂਕਿ ਉਹ ਮੈਂਟਲੀ ਥੋੜ੍ਹੇ ਕਮਜ਼ੋਰ ਹੈ ਤੇ ਉਹਨਾਂ ਲਈ ਇਨਫਰਾਸਟਰਕਚਰ ਕਿੱਥੇ ਹੈ? ਇਹ ਬਹੁਤ ਵੱਡਾ ਇੱਕ ਚਿੰਤਨ ਦਾ ਵਿਸ਼ਾ ਹੈ ਵੀ ਇਹਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ। ਆ ਕੇ ਫਿਰ ਪ੍ਰਭ ਆਸਰਾ ਦੇ ਵਿੱਚ ਅਖੀਰ 'ਤੇ ਆ ਰਹੇ ਹਾਂ, ਜਦੋਂ ਫਿਰ ਅਸੀਂ ਉੱਥੇ ਬਿਲਡਿੰਗਾਂ ਬਣਾਉਂਦੇ ਹਾਂ, ਫਿਰ ਬਿਲਡਿੰਗਾਂ ਦੀਆਂ ਫੀਸਾਂ ਤੁਸੀਂ ਇੰਨੇ ਲੱਖ ਦਿਓ। ਮੈਂ ਕਿਹਾ ਕਿੰਨੀ ਪੇਮੈਂਟ ਬਣਾਈ ਦੀ?
ਨਕਸ਼ਾ ਅਸੀਂ ਆਥੋਰਾਈਜ਼ਡ ਡੀਲਰਾਂ ਤੋਂ ਬਣਾਉਂਦੇ ਹਾਂ, ਜਿਹੜੇ ਆਥੋਰਾਈਜ਼ਡ ਉਹਨਾਂ ਦੇ ਜਿਹੜੇ ਸਰਕਾਰ ਦੇ ਆਥੋਰਾਈਜ਼ਡ ਆਰਕੀਟੈਕਟ ਅਪਰੂਵਡ ਹੁੰਦੇ ਆ, ਉਹਨਾਂ ਤੋਂ ਨਕਸ਼ਾ ਬਣਾਇਆ। ਜਦੋਂ ਅਸੀਂ ਕਹਿੰਦੇ ਪਾਸ ਕਰ ਦੋ, ਕਹਿੰਦੇ 82 ਲੱਖ ਰੁਪਇਆ ਬਣਦਾ। ਉਹ ਮੈਂ ਕਿਹਾ ਸਿਰ ਤੇ ਛੱਤ ਨਹੀਂ, 82 ਲੱਖ ਖਜ਼ਾਨੇ ਭਰਨ ਵਾਸਤੇ ਤੁਹਾਨੂੰ ਇਹਨਾਂ ਤੋਂ ਹੀ ਖਜ਼ਾਨੇ ਭਰਨੇ ਤੁਸੀਂ। ਹੁਣ ਇੱਦਾਂ ਹੀ ਬਿਜਲੀ ਦਾ ਬਿੱਲ, ਬਿਜਲੀ ਦੇ ਬਿੱਲ ਦੇ ਵਿੱਚ ਮਤਲਬ ਇੰਨਾ ਕੁਝ ਜਦੋਂ ਨਾਗਰਿਕ ਨੂੰ ਤੁਸੀਂ ਮੰਨ ਲਓ ਟ੍ਰੀਟਮੈਂਟ ਨਹੀਂ ਦੇ ਸਕੇ, ਨਾਗਰਿਕ ਲਈ ਸ਼ੈਲਟਰ ਨਹੀਂ ਬਣਾ ਸਕੇ, ਉਹਦੇ ਲਈ ਜਗ੍ਹਾ ਨਹੀਂ ਤੁਸੀਂ ਦੇ ਸਕੇ, ਕੋਈ ਚੀਜ਼ ਵੀ ਨਹੀਂ ਤੁਹਾਡੇ ਕੋਲੋਂ, ਮੈਡੀਕਲ ਸਟਾਫ ਨਹੀਂ ਦੇ ਹੋ ਪਾਇਆ, ਤੁਹਾਡੀਆਂ ਮਜਬੂਰੀਆਂ ਕੀ ਬਣ ਗਈਆਂ ਪਤਾ ਨਹੀਂ ਹੁਣ। ਤੇ ਉਹੀ ਗੱਲ ਕਰਦੇ ਸੀ ਨਾ ਵੀ ਰੈਲੀ ਦੇ ਉੱਤੇ ਇੰਨਾ ਪੈਸਾ ਖਰਚਿਆ ਜਾ ਸਕਦਾ, ਹੋਰ ਪਾਸੇ ਇੰਨਾ ਖਰਚਿਆ ਜਾ ਸਕਦਾ, ਰੈਲੀ ਤੇ ਖਰਚਿਆ ਜਾ ਸਕਦਾ। ਹਰ ਦੂਜੇ ਤੀਜੇ ਸਾਲ ਮੰਤਰੀ ਮੰਡਲ ਦੀਆਂ ਗੱਡੀਆਂ ਬਦਲੀਆਂ ਜਾਂਦੀਆਂ, ਗੱਡੀਆਂ ਬਦਲੀਆਂ ਜਾ ਲੱਭ ਕੇ ਮਹਿੰਗੀਆਂ ਗੱਡੀਆਂ ਲਿਆਂਦੇ ਜਾਂਦੇ। ਕਿਹੜੀ 70 ਲੱਖ ਦੀ ਆਊਗੀ ਇੱਕ ਮੰਤਰੀ ਲਈ? ਇੱਕ ਮੰਤਰੀ ਦੇ ਪਿੱਛੇ 12-14 ਗੱਡੀਆਂ ਦਾ ਕਾਫਲਾ ਚੱਲੂਗਾ। ਤੇ ਇੱਕ ਸਾਡੇ ਨਾਗਰਿਕ ਨੂੰ ਗਿਰੇ ਪਏ ਨੂੰ ਨਾ ਕੋਈ ਸੜਕ ਤੋਂ ਨਹੀਂ ਚੱਕੂਗਾ, ਹਸਪੀਟਲ ਨਹੀਂ ਰੱਖੂਗਾ, ਤੇ ਫਿਰ ਲੋਕਤੰਤਰ ਦੇ ਉੱਤੇ ਕੀ ਹੈ? ਕੁਐਸਚਨ ਮਾਰਕ ਨਹੀਂ ਹੈਗਾ, ਸਵਾਲੀਆ ਨਿਸ਼ਾਨ ਹੈ। ਤੇ ਫਿਰ ਇਹ ਕੈਸਾ ਲੋਕਤੰਤਰ ਹੈ, ਕੈਸੀ ਰਾਜਨੀਤੀ ਹੈ, ਤੇ ਕੈਸੀ ਸਮਾਜ ਸੇਵਾ ਹੈ, ਇਨਸਾਨੀਅਤ ਕੈਸੀ ਹੈ? ਜੇ ਇਹਨਾਂ ਤੇ ਵੀ ਦਇਆ ਨਹੀਂ ਆ ਰਹੀ, ਫਿਰ ਦਇਆ ਦਾ ਤਾਂ ਕਾਲ ਵੱਧਦਾ ਜਾ ਰਿਹਾ ਹੈ, ਫਿਰ ਲੋਕਤੰਤਰ ਦੇਸ਼ ਇਨਸਾਨ ਰੋਲ ਕੇ ਮਰਦਾ ਜਾ ਰਿਹਾ ਹੈ। ਤੇ ਇਹ ਤਾਂ ਬੜਾ ਚਿੰਤਨ ਦਾ ਵਿਸ਼ਾ, ਇਹਨਾਂ ਬਰਦਾਸ਼ਤ ਜਾਂ ਦੇਖਣਾ ਬੜਾ ਮੁਸ਼ਕਲ ਹੈਗਾ। ਇਹਦੇ ਵਿੱਚ ਹੁਣ ਹਸਪੀਟਲ ਅਸੀਂ ਸ਼ੁਰੂ ਕੀਤਾ, 25 ਡਾਕਟਰ ਇਸ ਵੇਲੇ ਹੋ ਗਏ ਹੋਣੇ ਆ। ਜਦੋਂ ਅਸੀਂ ਨਿਊਰੋ ਸਰਜਨ ਦੀ ਓਪੀਨੀਅਨ ਲੈਣਾ, ਸਾਨੂੰ ਟਾਈਮ ਹੀ ਨਹੀਂ ਮਿਲ ਰਿਹਾ। ਉਧਰ ਉਹਨਾਂ ਨੂੰ ਪ੍ਰੋਬਲਮਸ ਹੈ ਜ਼ਿਆਦਾ, ਜਿਹੜੇ ਸਾਡੇ ਕੋਲ ਇੱਥੇ ਦਾਖਲ ਹੈ। ਫਿਰ ਉਹਦੇ 'ਚ ਪਬਲਿਕ ਆ ਕੇ ਵਿਚਾਰੀ ਗੇਟ ਤੇ ਬੈਠ ਜਾਂਦੀ ਸੀ, ਉਹ ਕਹਿੰਦੇ ਵੀ ਸਾਡੀ ਇਹ ਹਾਲਤ ਹੈ ਵੀ ਸਾਨੂੰ ਕਿਸੇ ਪਾਸੋਂ ਸਹਾਰਾ ਨਹੀਂ। ਤੇ ਉਹਨਾਂ ਦੇ ਫਿਰ ਅਸੀਂ ਉੱਥੇ ਇੱਕ ਤਾਂ ਇੱਕ ਐਮਰਜੈਂਸੀ ਜਿਹੜੇ ਹਾਲਾਤ ਹੈ ਨਾ, ਬੇਬਸ ਤੇ ਲਾਚਾਰ ਹੋ ਚੁੱਕੇ ਨਾਗਰਿਕ, ਘਰ ਦੇ ਰਸਤੇ ਭੁੱਲ ਚੁੱਕੇ, ਉਹਨਾਂ ਦਾ ਬਿਨਾਂ ਸ਼ਰਤ ਜਿਹੜਾ ਹੈਗਾ ਤੁਰੰਤ ਇੱਕਦਮ ਇਲਾਜ ਉਹਨਾਂ ਨੂੰ ਮਿਲ ਸਕੇ, ਉਹਨਾਂ ਵਾਸਤੇ ਫਿਰ ਹਸਪੀਟਲ ਸਾਡੀ ਵੱਡੀ ਲੋੜ ਬਣ ਗਈ। ਭਾਵੇਂ ਹਾਲਾਤ ਇਜਾਜ਼ਤ ਨਹੀਂ ਸੀ ਦਿੰਦੇ, ਜਿਨ੍ਹਾਂ ਦੀ ਮੈਂ ਗੱਲ ਕਰਦਾ ਵੀ ਹੁਣ ਵੀ ਕਰੋੜ ਰੁਪਏ ਦੇ ਲਗਭਗ ਅਜੇ ਉੱਪਰੇ ਦੇਣਾ ਹੈਗਾ। ਤੇ ਸਰਕਾਰ ਦੀਆਂ ਡਿਊਟੀਆਂ ਨਿਭਾਉਣ ਲਈ, ਫਰਜ਼ ਨਿਭਾਉਣ ਲਈ ਸਰਕਾਰ ਜੋ ਨਾਗਰਿਕਾਂ ਪ੍ਰਤੀ ਬਣਦੇ ਹੈ। ਦੂਜੀ ਗੱਲ ਹੈ ਵੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਨਾਗਰਿਕ ਦੀ ਜਾਨ ਨੂੰ ਅਨਕੰਡੀਸ਼ਨਲੀ ਬਿਨਾਂ ਸ਼ਰਤ ਬਚਾਇਆ ਜਾ ਸਕੇ। ਆਕਸੀਜਨ ਦੀ ਲੋੜ ਪੈਂਦੀ ਸੀ, ਅਸੀਂ ਆਕਸੀਜਨ ਕਨਸੈਂਟਰੇਟਰ ਹੈ ਨਾ ਕਿੱਦਾਂ ਅਰੇਂਜਮੈਂਟ ਕੀਤਾ। ਉਸ ਵੇਲੇ ਸਾਨੂੰ ਐਂਬੂਲੈਂਸਾਂ ਦੇ ਵਿੱਚ ਵੀ ਆਕਸੀਜਨ ਦੀ ਪ੍ਰੋਬਲਮ ਆਈ। ਰਾਤ ਨੂੰ ਇੰਨੇ ਫੋਨ ਆਉਣੇ, ਕੋਈ ਕਹਿੰਦਾ ਮੇਰਾ ਬੱਚਾ ਛੋਟਾ ਜਿਹਾ, ਕੋਈ ਕਹਿੰਦਾ ਮੇਰਾ ਜੀਵਨ ਸਾਥੀ ਆ। ਇੱਥੋਂ ਤੱਕ ਕਿ ਲੁਧਿਆਣੇ ਜ਼ਿਲ੍ਹੇ 'ਚ ਕੀ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਨੂੰ ਮਤਲਬ ਉਸ ਆਕਸੀਜਨ ਸਿਲੰਡਰ ਜਿਹੜੇ ਅੱਜ ਤੱਕ ਵੀ ਸਾਨੂੰ ਮਤਲਬ ਉੱਥੇ ਪਹੁੰਚੇ ਹੋਏ ਆ, ਗਏ ਹੋਏ ਆ ਅਲੱਗ-ਅਲੱਗ ਜਗ੍ਹਾ ਤੇ। ਫਿਰ ਸਾਨੂੰ ਮਤਲਬ ਉਸ ਵੇਲੇ ਆਕਸੀਜਨ ਜਿਹੜੀ ਇੱਕਦਮ ਉਹਦਾ ਕਾਲ ਪੈ ਗਿਆ। ਉਹ ਸਾਨੂੰ ਮਤਲਬ ਬੜੀ ਮੁਸ਼ਕਲ ਅਰੇਂਜਮੈਂਟ ਕਰਨ 'ਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਆਕਸੀਜਨ ਪਲਾਂਟ ਲੈਣ ਵਾਸਤੇ ਵੀ ਕਿਹਾ ਸੀ ਵੀ ਸੰਗਤ ਦੇ ਸਹਿਯੋਗ ਨਾਲ ਅਸੀਂ ਹੋਰ ਕਰਜ਼ਾ ਲੈ ਕੇ ਤੇ ਅਸੀਂ ਮਤਲਬ ਆਕਸੀਜਨ ਪਲਾਂਟ ਲਾਈਏ ਤਾਂ ਕਿ ਨਾਗਰਿਕ ਨੂੰ ਬਚਾਇਆ ਤਾਂ ਜਾ ਸਕੇ, ਬਾਕੀ ਤੇ ਸਾਰਾ ਕੁਝ ਹੁੰਦਾ ਰਹੇਗਾ। ਪਰ ਅਸੀਂ ਤਾਂ ਮਹਿਸੂਸ ਕਰਦੇ ਸੀ ਵੀ ਜਿਹੜੇ ਹਸਪੀਟਲ ਨੇ ਪ੍ਰਾਈਵੇਟ, ਸਾਰਿਆਂ ਦੇ ਦਰਵਾਜ਼ੇ ਖਿਲਾ ਦਿਓ। ਜਿਹੜੇ ਤੁਹਾਡੇ ਦੂਜੇ ਹਸਪੀਟਲ ਨੇ ਇਹਨਾਂ ਨੂੰ ਕੋਵਿਡ ਦੇ ਵੀ ਨਾਗਰਿਕ ਨੂੰ ਕੋਵਿਡ ਦੀ ਭੇਟ ਚੜਾ ਦੋਗੇ। ਇੱਕ ਪਾਸੇ ਤਾਂ ਭੁੱਖ ਨਾਲ, ਜਿਵੇਂ ਇਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ ਵੀ ਭੁੱਖ ਨਾਲ ਮਰ ਰਹੇ ਸੀ, ਤੁਸੀਂ ਅੰਦਰ ਬੰਦ ਕਰਤੇ। ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਬੰਦਾ ਕਮਾਉਂਦਾ ਸੀ, ਮਹੀਨੇ ਬਾਅਦ ਉਹਦੀ ਕਿਸ਼ਤ, ਕਦੇ ਮੋਟਰਸਾਈਕਲ ਦੀ ਕਿਸ਼ਤ ਆ ਗਈ, ਕਦੇ ਪਲਾਟ ਦੀ ਕਿਸ਼ਤ ਆ ਗਈ, ਮਕਾਨ ਦੀ ਕਿਸ਼ਤ ਆ ਗਈ, ਕਿਸ਼ਤਾਂ ਹੀ ਨਹੀਂ ਸੀ ਪੂਰੀਆਂ ਹੁੰਦੀਆਂ। ਇਹੋ ਜਿਹੇ ਹਾਲਾਤਾਂ ਵਿੱਚ ਇਲਾਜ ਜਿਹੜਾ ਸੀ ਉਹਨਾਂ ਦੀ ਪਹੁੰਚ ਤੋਂ ਬਹੁਤ ਪਰੇ ਚਲਿਆ ਗਿਆ। ਜਿੱਥੇ ਫਿਰ ਹੁਣ ਸਾਨੂੰ ਹਰ ਤਰ੍ਹਾਂ ਦੇ ਉਹਨਾਂ ਦੇ ਦੰਦਾਂ ਦੀਆਂ ਪ੍ਰੋਬਲਮ ਹੈ, ਸਵੈਲਿੰਗ ਆ ਗਈ ਹੈ, ਹੁਣ ਡੈਂਟਿਸਟ ਲੱਗੇ ਹੋਏ ਹੈ, ਐਮਰਜੈਂਸੀ 24 ਘੰਟੇ ਵਾਸਤੇ 4 ਡਾਕਟਰ ਲੱਗੇ ਹੋਏ ਆ ਉੱਥੇ। ਉਧਰ ਕਈਆਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਆਈ, ਗਿਰ ਗਿਆ ਕੋਈ, ਕੁਛ ਹੋ ਗਿਆ, ਜਿਹਦੇ ਲੱਤਾਂ ਬਾਹਾਂ ਨਹੀਂ ਚੱਲਦੀਆਂ, ਉਹਨਾਂ ਵਾਸਤੇ ਫਿਜ਼ੀਓਥੈਰੇਪਿਸਟ ਲੱਗੇ ਹੋਏ ਆ। ਫਿਰ ਕਹਿੰਦੇ ਲੈਬ ਚਾਹੀਦੀ ਹੈ, ਫਿਰ ਲੈਬ, ਫਿਰ ਐਕਸਰੇ, ਫਿਰ ਅਲਟਰਾਸਾਊਂਡ। ਉਹ ਹਰ ਇੱਕ ਚੀਜ਼ ਜਿਹੜੀ ਹੈਗੀ ਹੈ, ਹਰ ਇੱਕ ਚੀਜ਼ ਦਾ ਮਤਲਬ ਕਾਫੀ ਹੱਦ ਤੱਕ ਜੋ ਚਾਹੀਦੀ ਸੀ ਉੱਥੇ ਡਾਕਟਰਾਂ ਨੂੰ, ਕਾਰਡੀਅਕ ਹੁਣ ਲੈਬ ਸੈਟਅਪ ਕਰ ਰਹੇ ਹੈਗੇ, ਉਹ ਚਾਹੀਦੀ ਸੀ। ਫਿਰ ਕਾਰਡੀਓਲੋਜਿਸਟ, ਫਿਰ ਉਹਦੇ ਵਾਸਤੇ ਸਾਈਕੈਟਰਿਸਟ ਦੀ ਵੱਡੀ ਲੋੜ ਪਈ, ਪਬਲਿਕ ਵਾਸਤੇ ਬੜੀ ਲੋੜ ਮਹਿਸੂਸ ਹੋਈ। ਫਿਰ ਉਧਰ ਜਿਹੜੇ ਡਾਕਟਰ ਨੇ ਸਾਈਕੈਟਰਿਸਟ 2 ਡਾਕਟਰ ਫਿਰ ਉੱਥੇ ਜਿਹੜੇ ਸੇਵਾਵਾਂ ਨਿਭਾ ਰਹੇ ਹੈ। ਤੇ ਇਸੇ ਤਰੀਕੇ ਨਾਲ ਮਤਲਬ ਉੱਥੇ ਜਿਹੜੇ ਮੈਡੀਸਨ ਦੇ ਡਾਕਟਰ ਹੈ ਉਹ ਲਗਾਤਾਰ 5 ਦਿਨ ਉੱਥੇ ਬੈਠਦੇ ਆ, 5 ਦਿਨ ਕਿਆ 6 ਦਿਨ ਲਗਾਤਾਰ ਬੈਠਦੇ ਆ, ਸਿਰਫ ਸੰਡੇ ਦੀ ਛੁੱਟੀ ਕਰਦੇ ਆ। ਇਸੇ ਤਰੀਕੇ ਨਾਲ ਜਿਹੜੇ ਸਪੈਸ਼ਲਿਸਟ ਹੈ, ਸੁਪਰ ਸਪੈਸ਼ਲਿਸਟ ਹੈ, ਰੈਟੀਨਾ ਦੇ, ਨਿਊਰੋ ਸਰਜਨ ਜਿਹੜੇ ਹੈਗੇ ਉਹ, ਜਿਹੜੇ ਆਰਥੋ ਦੇ ਹੈਗੇ ਆ, ਤੇ ਜਿਹੜੇ ਸਕਿਨ ਵਾਲੇ ਹੈਗੇ ਆ। ਹੁਣ ਸਕਿਨ ਦੀਆਂ ਜਦੋਂ ਬਾਹਰੋਂ ਮਿਲਦੇ ਆ ਸਾਨੂੰ ਇਹ ਨਾਗਰਿਕ, ਉਹਨਾਂ ਦੀਆਂ ਸਕਿਨ ਦੀਆਂ ਬੜੀਆਂ ਪ੍ਰੋਬਲਮਸ ਹੈਗੀਆਂ। ਸਕਿਨ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੈ, ਹਸਪੀਟਲ ਕਿੱਥੇ ਲੈ ਕੇ ਜਾਈਏ? ਉੱਥੇ ਡਾਕਟਰ ਜਿਹੜਾ ਹੈਗਾ ਉਹ ਅਵੇਲੇਬਲ ਨਹੀਂ, ਟਾਈਮ ਨਹੀਂ ਹੈ। ਰਾਤ ਨੂੰ ਜਿੰਨੇ ਮਰਜ਼ੀ ਘੰਟੇ ਲੱਗੇ ਰਹੋ, ਅਪਾਇੰਟਮੈਂਟ ਨਹੀਂ ਬਣ ਰਹੀ। ਇਹਨਾਂ ਹਾਲਾਤਾਂ ਨੂੰ ਮੁੱਖ ਰੱਖ ਕੇ ਵੀ ਨਾਗਰਿਕ ਦੀ ਜਾਨ ਨੂੰ ਬਚਾਉਣਾ ਕਿੱਦਾਂ, ਇਹਨਾਂ ਨੂੰ ਇੰਪਰੂਵ ਕਿੱਦਾਂ ਕਰਨਾ, ਰੀਹੈਬਿਲਿਟੇਟ ਕਿੱਦਾਂ ਕਰਨਾ, ਇਹਨਾਂ ਹਾਲਾਤਾਂ ਨੇ ਜਦੋਂ ਫੋਰਸ ਕੀਤਾ ਤਾਂ ਫਿਰ ਇਹ ਜਿਹੜਾ ਹਸਪੀਟਲ ਜਿਹੜਾ ਹੈਗਾ ਸਾਨੂੰ ਸ਼ੁਰੂ ਕਰਨਾ ਪਿਆ। ਤੇ ਜਿੱਥੇ ਕਾਫੀ ਹੱਦ ਤੱਕ ਸਾਨੂੰ ਹੁਣ ਰਿਲੀਫ ਮਿਲੀ ਹੈ, ਬਲਕਿ ਲੋੜਵੰਦ ਹੋਰ ਨਾਗਰਿਕ ਜਿਹੜੇ ਹੈਗੇ ਆ ਉਹ ਵੀ ਬਹੁਤ ਜਿਹੜੇ ਆ ਜੈਨੂਅਨ ਜਿਹੜੇ ਹੈਗੇ ਆ ਰੇਟਾਂ ਦੇ ਬਾਹਰਲੇ ਜਿਹੜੇ ਨਾਗਰਿਕ ਹੈਗੇ ਆ, ਉਹਨਾਂ ਨੂੰ ਵੀ ਉੱਥੇ ਬੜੀ ਸਪੋਰਟ ਮਿਲ ਰਹੀ ਹੈ, ਸਹਾਰਾ ਮਿਲ ਰਿਹਾ ਹੈ। ਤੇ ਸਾਨੂੰ ਮਤਲਬ ਇਹ ਹਾਲਾਤ ਫੋਰਸ ਕਰ ਰਹੇ ਆ ਵੀ ਕਿਸ ਤਰੀਕੇ ਨਾਲ ਬੱਚਿਆਂ ਲਈ ਅਲੱਗ ਵਾਤਾਵਰਨ, ਹਰ ਇੱਕ ਚੀਜ਼ ਲਈ ਜੋ ਹਾਲਾਤ ਬਣੇ ਹੋਏ ਆ। ਪ੍ਰੈਗਨੈਂਟ ਲੇਡੀਜ਼ ਆਉਂਦੀਆਂ, ਇੱਕੋ ਬਿਲਡਿੰਗ ਪਿੱਛੇ ਬਣਾਈ ਸੀ, ਮਤਲਬ ਉਹਦੇ ਵਿੱਚ ਵੀ ਉਹਦਾ ਤਾਂ ਮਤਲਬ ਪੈਸੇ ਅਲੱਗ ਹੈ ਸਰਕਾਰ ਦੇ ਜਿਹੜੇ ਡਿਮਾਂਡ ਕਰਦੇ ਆ, ਜਿਹੜੇ ਉਹਦੇ ਇੱਕ ਹਾਂ ਉਹਦਾ ਜਿਹੜਾ ਦੂਜੀ ਫਤਿਹਗੜ੍ਹ ਸਾਹਿਬ ਰੋਡ ਤੇ ਉਹ ਵੀ ਬਣ ਰਹੀ ਹੈ। ਮੈਂ ਕਿਹਾ ਇਹ ਤਾਂ ਸਰਕਾਰ ਦੀ ਡਿਊਟੀ ਕਰਨ ਦੇ ਲਈ ਸਰਕਾਰ ਨੂੰ ਪੈਸਾ ਦੇਣਾ, ਸਰਕਾਰ ਦੇ ਖਜ਼ਾਨੇ ਭਰਨੇ ਵਾਸਤੇ ਸੰਗਤ ਪੈਸਾ ਨਹੀਂ ਦਿੰਦੀ, ਉਹ ਸਰਕਾਰਾਂ ਨੂੰ
ਨੂੰ ਪਹਿਲਾਂ ਟੈਕਸ ਦਿੰਦੀ ਹੈ ਤੇ ਉਸ ਤੋਂ ਬਾਅਦ ਵਿਚਾਰੀ ਪਰਿਵਾਰਾਂ ਦੇ ਵਿੱਚੋਂ ਪੈਸੇ ਬਚਾ ਕੇ ਆਪਣੇ ਨਾਗਰਿਕ ਨੂੰ ਵੀ ਇਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ, ਇਹਨਾਂ ਨੂੰ ਐਜੂਕੇਸ਼ਨ ਦਾ ਮੌਕਾ ਮਿਲ ਸਕੇ। ਇਹ ਡਿਟੇਲ ਦੱਸ ਸਕਦੇ ਆ ਬੱਚਿਆਂ ਦੇ। ਸਵਾਲ ਕਰਦਾ, ਜਦੋਂ ਇੰਨਾ ਕੁਝ ਚੱਲ ਰਿਹਾ ਹੁੰਦਾ ਹੈ, ਵੀਰ ਜੀ ਨੇ ਦੱਸਿਆ ਕਿ ਮਤਲਬ ਵੀਰ ਜੀ ਨੇ ਕੀ ਦੱਸਿਆ, ਦਿਸਦਾ ਸਾਰਿਆਂ ਨੂੰ ਨਾ ਕਿ ਇੰਨਾ ਕੁਝ ਚੱਲ ਰਿਹਾ। ਆਹ ਬੱਚੇ ਬੈਠੇ ਆ ਸਾਡੇ ਪਿੱਛੇ, ਉਹ ਜਿਹੜੀਆਂ ਗਰਭਵਤੀ ਔਰਤਾਂ ਮਿਲਦੀਆਂ ਨੇ ਸਾਨੂੰ ਉਹ ਕੁੜੀਆਂ ਮਿਲਦੀਆਂ ਨੇ ਜਿਹੜੀਆਂ ਸਮਾਜ ਦੇ ਧੱਕੇ ਦਾ ਸ਼ਿਕਾਰ ਹੋ ਗਈਆਂ, ਸਾਨੂੰ ਉਹ ਮਿਲਦੇ ਨੇ ਬੱਚੇ ਜਿਹੜੇ ਆਪਣੀ ਮਾਂ ਦੀ ਕੁੱਖ ਚੋਂ ਨਿਕਲ ਕੇ ਆਏ ਹੁੰਦੇ ਨੇ, ਕੁਝ ਘੰਟਿਆਂ ਦੇ ਕੁਝ ਦਿਨਾਂ ਦੇ ਹੁੰਦੇ ਆ। ਉਹ ਬਿਰਧ ਬਜ਼ੁਰਗ ਬੈਠੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੌਣ ਕੀ ਕਿਵੇਂ ਕਿੱਥੇ ਹੈ, ਮਾਤਾਵਾਂ ਬੈਠੀਆਂ ਨੇ। ਆਪਾਂ ਤਾਂ ਚਲੋ ਵਾਹਿਗੁਰੂ ਦੀ ਸੇਵਾ ਸਮਝ ਕੇ ਸਾਰਾ ਕੁਝ ਕਰ ਰਹੇ ਹਾਂ। ਇਸ ਦੇ ਉੱਤੇ ਜਦੋਂ ਸਰਕਾਰ ਦੇ ਜਿਹੜੇ ਰਵੱਈਏ ਨੇ, ਸਰਕਾਰ ਦੇ ਰਵੱਈਆਂ ਦੀ ਗੱਲ ਮੈਂ ਤਾਂ ਕਰ ਰਿਹਾ ਕਿ ਤੁਹਾਨੂੰ ਨੋਟਿਸ ਆ ਜਾਂਦਾ ਕਿ ਤੁਹਾਡੇ ਤਾਂ ਬਿਜਲੀ ਦਾ ਅਸੀਂ ਕਨੈਕਸ਼ਨ ਕੱਟ ਦਿਆਂਗੇ, ਠੀਕ ਹੈ ਜੀ। ਤੁਹਾਨੂੰ ਨੋਟਿਸ ਆ ਜਾਂਦਾ ਕਿ ਤੁਹਾਡੀ ਜਿਹੜੀ ਇਹ ਬਿਲਡਿੰਗ ਹੈ ਜੀ, ਇਹਨੂੰ ਮਤਲਬ ਪਾਸ ਕਰਾਉਣ ਵਾਸਤੇ ਇੰਨੇ ਲੱਖ ਫੰਡ ਦੇਣਾ ਹੈ ਜਾਂ ਇੰਨੇ ਹਜ਼ਾਰ ਫੰਡ ਦੇਣਾ ਹੈ, ਜਾਂ ਇਹ ਤੁਹਾਡੀ ਇਹ ਜਿਹੜੀ ਬਿਲਡਿੰਗ ਹੈ ਇਹ ਤਾਂ ਕਮਰਸ਼ੀਅਲ ਪਰਪਸ ਲਈ ਯੂਜ਼ ਕੀਤੀ ਜਾਂਦੀ ਹੈ, ਹਾਲਾਂਕਿ ਉਹਦੇ ਰਹਾਇਸ਼ ਹੈ, ਪਰਿਵਾਰ ਹੈ, ਘਰ ਹੈ। ਕਿਵੇਂ ਲੱਗਦਾ ਫਿਰ? ਦੇਖੋ, ਜਦੋਂ ਬਚਪਨ 'ਚ ਹੀ ਬੱਚੇ ਨੂੰ ਆਪਾਂ ਪਾਲਦੇ ਪੋਸਦੇ ਹਾਂ, ਉਹਨੂੰ ਕਦਰਾਂ ਕੀਮਤਾਂ ਸਿਖਾਉਂਦੇ ਹਾਂ ਨਾ। ਇਹ ਅੱਜ ਜੇ ਅਸੀਂ ਦੇਖੀਏ ਕਿ ਪੋਲੀਟੀਸ਼ੀਅਨ ਸਮਾਜ ਵਿੱਚ ਉਹ ਜਿਹੜੀਆਂ ਕਦਰਾਂ ਕੀਮਤਾਂ ਘਰ ਤੋਂ ਸਿੱਖਣੀਆਂ ਸੀ, ਜਾਂ ਉਹ ਬੇਸ ਲੈਵਲ ਤੇ ਜਿਹੜਾ ਵਿਚਾਰਾ ਗਰੀਬ ਹੈ ਉੱਥੇ ਨਾ ਇੱਕ ਬਹੁਤ ਵੱਡਾ ਬੈਰੀਅਰ ਬਣਾ ਦਿੱਤਾ ਗਿਆ ਕਿ ਉਹਨਾਂ ਨੂੰ ਜਾਂ ਤਾਂ ਉਹ ਦਿਖਦੇ ਹੀ ਨਹੀਂ ਹੈ ਕਿ ਉਸ ਲੈਵਲ ਤੇ ਪ੍ਰੋਬਲਮ ਹੈ ਕੀ ਹੈ, ਜਾਂ ਉਹ ਦੇਖਣਾ ਹੀ ਨਹੀਂ ਚਾਹੁੰਦੇ। ਮੋਸਟ ਪ੍ਰੋਬੇਬਲੀ ਤਾਂ ਇਦਾਂ ਹੀ ਲੱਗਦਾ ਕਿ ਉਹ ਦੇਖਣਾ ਨਹੀਂ ਚਾਹੁੰਦੇ ਹੈਗੇ, ਮਤਲਬ ਮਜ਼ਾਕ ਉਡਾਇਆ ਜਾਂਦਾ ਉਹਨਾਂ ਦਾ। ਉਹ ਤਾਂ ਇਦਾਂ ਹੀ ਕਰਦੇ ਹੈਗੇ। ਇਹਨਾਂ ਦੀਆਂ ਤਾਂ ਪ੍ਰੋਬਲਮਸ ਮਤਲਬ ਪ੍ਰੋਬਲਮ ਨਹੀਂ ਹੈਗੀ, ਮਤਲਬ ਉਹਨੂੰ ਫੀਲ ਨਹੀਂ ਕੀਤਾ ਜਾਂਦਾ। ਜਿਸ ਦਿਨ ਇਹਨਾਂ ਦੇ ਮਤਲਬ ਅੰਦਰੋਂ ਉਹ ਦਰਦ ਮਹਿਸੂਸ ਹੋਏਗੀ ਨਾ, ਈਵਨ ਕਿ ਜੇ ਉਹਨਾਂ ਦੇ ਆਪਣੇ ਪਰਿਵਾਰਕ ਰਿਲੇਸ਼ਨ 'ਚ ਵੀ ਕੋਈ ਇੰਨੀ ਪੇਨ 'ਚ ਝੱਲ ਕੇ ਜਾਂਦਾ, ਫਿਰ ਵੀ ਇਹ ਜੇ ਫੀਲਿੰਗ ਲੈ ਲੈਣ ਕਿ ਵੀ ਇਹੀ ਦਰਦ ਕਿਸੇ ਦੇ ਸ਼ੂਜ਼ ਦੇ ਵਿੱਚ ਆਪਣੇ ਪੈਰ ਪਾ ਕੇ ਦੇਖ ਲੈਣ ਕਿ ਜੋ ਦਰਦ ਸਾਡੇ ਪਰਿਵਾਰਕ ਮੈਂਬਰ ਨੂੰ ਹੋਈ ਆ, ਸਾਨੂੰ ਹੋਈ ਆ, ਇਹੀ ਦਰਦ ਉਹ ਗਰੀਬ ਲਾਚਾਰ ਨੂੰ ਹੋ ਰਹੀ ਆ। ਉਹ ਕਮਾ ਨਹੀਂ ਸਕਦਾ, ਉਹਦੇ ਕੋਲ ਇੰਨੀ ਫਾਈਨੈਂਸ਼ੀਅਲ ਉਹ ਸਟਰੋਂਗ ਨਹੀਂ ਹੈ, ਇਕਨੋਮਿਕਲੀ ਸਟਰੋਂਗ ਨਹੀਂ ਆ। ਜੇ ਸਾਡੀ ਥੋੜੀ ਜਿਹੀ ਸਪੋਰਟ ਦੇ ਨਾਲ ਅਸੀਂ ਉਹਨਾਂ ਨੂੰ ਰੀਹੈਬਿਲਿਟੇਟ ਕਰੀਏ, ਹੈਲਪ ਕਰੀਏ, ਈਵਨ ਕਿ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਦੀ ਹੀ ਸਪੋਰਟ ਕਰਦੀ ਹੈ। ਜੇ ਤੁਸੀਂ ਖੁਦ ਨਹੀਂ, ਉਹ ਇਨਫਰਾਸਟ੍ਰਕਚਰ ਐਕਟ ਤਾਂ ਬਣ ਜਾਂਦੇ ਆ, ਲੇਕਿਨ ਐਕਟਾਂ ਨੂੰ ਇੰਪਲੀਮੈਂਟੇਸ਼ਨ ਵਿੱਚ ਬੜੀ ਦਿੱਕਤ ਆ ਰਹੀ ਹੈ। ਜੇ ਉਹ ਇੰਪਲੀਮੈਂਟ ਹੋ ਜਾਣ ਫਿਰ ਤਾਂ ਇਹ ਦਿੱਕਤਾਂ ਪ੍ਰੋਬਲਮਸ ਆਣ ਹੀ ਨਾ। ਮਤਲਬ ਜੇ ਉਹ ਹਸਪੀਟਲ ਦੀ ਗੱਲ ਕਰ ਲਈਏ, ਉੱਥੇ ਜਾ ਕੇ ਵੀ ਪ੍ਰੋਬਲਮਸ ਸੇਮ ਹੈਗੀਆਂ। ਮੈਂ ਐਗਜ਼ਾਮਪਲ ਦਿੰਦੀ ਹਾਂ, ਸਾਡੇ ਇੱਕ ਜਿਵੇਂ ਮੈਂ ਕਹਿੰਦਾ 3 ਦਿਨ ਦੇ ਬੱਚੇ, ਲੇਡੀ ਉੱਥੇ ਪ੍ਰੈਗਨੈਂਟ ਬਾਹਰ ਰੁਲਦੀ ਰਹੀ ਹੈ ਤੇ ਉਹਨੂੰ ਇਸ ਕਰਕੇ ਨਹੀਂ ਦਾਖਲ ਕੀਤਾ ਗਿਆ ਕਿ ਇਹਦੇ ਨਾਲ ਕੋਈ ਵਾਰਸ ਨਹੀਂ ਹੈ। ਬਾਹਰੋਂ ਇੱਕ ਬਜ਼ੁਰਗ ਲੇਡੀ ਆਈ ਵਿਚਾਰੀ, ਉਹਨੇ ਦੇਖਿਆ, ਉਹਨੇ ਤਰਸ ਖਾਇਆ, ਉਹਨੇ ਆਪਣੇ ਨਾਮ ਤੇ ਆਪਣੀ ਬੇਟੀ ਬਣਾ ਕੇ ਉਹਨੂੰ ਉੱਥੇ ਐਡਮਿਟ ਕੀਤਾ, ਡਿਲੀਵਰੀ ਕਰਵਾਈ। ਫਿਰ 3 ਦਿਨਾਂ ਤੋਂ ਬਾਅਦ ਬਸ ਜੀ ਇਸ ਤੋਂ ਬਾਅਦ ਅਸੀਂ ਨਹੀਂ ਰੱਖ ਸਕਦੇ। ਜੇ ਉਹ ਜਿਸ ਗੁਰਦੁਆਰੇ 'ਚ ਕਿਤੇ ਰਹਿੰਦੀ ਸੀ ਪਹਿਲਾਂ, ਉੱਥੇ ਲੈ ਕੇ ਗਏ, ਉਹ ਕਹਿੰਦੇ ਜੀ ਸਾਡੇ ਤਾਂ ਇਹ ਬਹੁਤ ਵੱਡਾ ਸਵਾਲ ਹੈ ਕਿ ਇੱਕ ਲੇਡੀ ਬੱਚੇ ਦੇ ਨਾਲ ਇੱਥੇ ਕਿੱਦਾਂ ਰਹਿ ਰਹੀ ਹੈਗੀ, ਇਹ ਕਿੱਦਾਂ ਪ੍ਰੈਗਨੈਂਟ ਹੋ ਗਈ ਸੀਗੀ। ਉਹ ਭਈ ਗੁਰੂ ਸਾਹਿਬਾਨਾਂ ਨੇ ਨਿਸ਼ਾਨ ਸਾਹਿਬ ਲਾਇਆ ਸੀ, ਨਿਥਾਵਿਆਂ ਦਾ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਦੂਰੋਂ ਦੇਖ ਕੇ ਪਤਾ ਲੱਗ ਜਾਏਗਾ ਗੁਰਦੁਆਰਾ ਸਾਹਿਬ 'ਚ ਰਹਾਇਸ਼ ਹੈਗੀ ਹੈ, ਫੂਡ ਹੈਗਾ, ਸ਼ੈਲਟਰ ਹੈਗਾ, ਸਾਰਾ ਕੁਝ ਅਵੇਲੇਬਲ ਹੈਗਾ, ਦਿਨ ਰਾਤ ਤੁਹਾਡੀ ਸੇਵਾ ਹੋ ਸਕਦੀ ਹੈ। ਬਟ ਅੱਜ ਉਹ ਦਰਵਾਜ਼ੇ ਵੀ ਉਹਨਾਂ ਲਈ ਬੰਦ ਕਰ ਦਿੱਤੇ। ਉਹ ਹਾਰ ਕੇ ਉਹ ਲੇਡੀ ਵਿਚਾਰੀ ਤਰਸ ਖਾਂਦੀ ਪ੍ਰਭਾਸਰਾ ਉਹਨਾਂ ਨੂੰ ਲੈ ਕੇ ਆਈ, 3 ਦਿਨ ਦਾ ਬੱਚਾ। ਮਤਲਬ ਇਸੇ ਕਰਕੇ ਵੀ ਜਦੋਂ ਸਾਨੂੰ ਇਹ ਸਾਡੀਆਂ ਕਦਰਾਂ ਕੀਮਤਾਂ ਤੋਂ ਮਤਲਬ ਸਾਨੂੰ ਜਾਣਨ ਦੀ, ਪਹਿਚਾਨਣ ਦੀ ਮਤਲਬ ਮਹਿਸੂਸ ਹੋਏਗਾ, ਤਾਈਓ ਅਸੀਂ ਸ਼ਾਇਦ ਮਤਲਬ ਅੱਛਾ ਸਮਾਜ ਸਿਰਜ ਸਕਾਂਗੇ। ਤੇ ਇਹ ਘਰ ਤੋਂ ਹੀ ਪੈਦਾ ਹੁੰਦਾ ਹੈ। ਪੋਲੀਟੀਸ਼ੀਅਨਸ ਨੂੰ ਇਹ ਕੋਈ ਬਾਹਰਲੇ ਬੰਦੇ ਨਹੀਂ, ਐਸੀਆਂ ਹੀ ਆ ਜਿਹੜੇ ਕਿ ਪਹਿਲਾਂ ਸਰਪੰਚ ਪੰਚ ਬਣ ਗਏ, ਫਿਰ ਉਸ ਤੋਂ ਬਾਅਦ ਉੱਪਰਲੇ ਲੈਵਲ ਤੇ ਆਏ, MLA ਬਣ ਗਏ, ਤੇ ਹੁਣ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਤੱਕ ਜਾ ਰਹੇ ਆ। ਜੇ ਅਸੀਂ ਆਪਣੇ ਪਿੰਡ ਨੂੰ ਹੀ ਦੇਖ ਲਈਏ, ਪਿੰਡ ਨੂੰ ਹੀ ਸੁਧਾਰਨਾ ਸ਼ੁਰੂ ਕਰ ਦਈਏ, ਤਾਂ ਸਾਡਾ ਇੰਡੀਆ ਤਾਂ ਫਿਰ ਸੋਨੇ ਦੀ ਚਿੜੀਆ ਫਿਰ ਤਾਂ ਬਣ ਜਾਏਗੀ।
ਬਿਲਕੁਲ ਸਾਡੇ ਕੋਲ ਤਾਂ ਪੰਜਾਬੀਆਂ ਕੋਲ ਤਾਂ ਵੈਸੇ ਹੀ ਮੂਲ ਸਰੋਤ 10 ਗੁਰੂਆਂ ਦੇ ਜੀਵਨ ਤੋਂ ਬਾਅਦ ਜਿਹੜਾ ਫਲਸਫਾ ਸਾਡੇ ਕੋਲੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਪਿਆ। ਜੇ ਕਦਰਾਂ ਕੀਮਤਾਂ ਦੀ ਹੀ ਗੱਲ ਕਰਨੀ ਹੈ, ਜੇ ਰਾਹ ਦਸੇਰੇ ਦੀ ਗੱਲ ਕਰਨੀ ਹੈ, ਜੇ ਚਾਨਣ ਦੀ ਗੱਲ ਕਰਨੀ, ਮੇਰਾ ਅਖੀਰਲਾ ਸਵਾਲ ਭਾਜੀ, ਇਸੇ ਕੜੀਆਂ ਨੂੰ ਅੱਗੇ ਤੋਰਾਂਗੇ ਦਰਸ਼ਕੋ, ਇਹ ਅਖੀਰਲਾ ਸਵਾਲ ਇਸ ਕੜੀ ਦਾ ਹੈ। ਇਹ ਸਵਾਲ ਇਸ ਕਰਕੇ ਮੈਂ ਮਤਲਬ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਵੀ ਹੈ ਪਰ ਗੰਭੀਰ ਹੈ ਕਿ ਕੀ ਫਿਰ ਆਪਣੇ ਫਰਜ਼ ਨਿਭਾਉਂਦੇ ਪ੍ਰਭ ਆਸਰਾ ਸੰਸਥਾ ਨੂੰ ਆਪਣੇ ਹੱਕ ਲੈਣ ਲਈ, ਹੱਕ ਮਤਲਬ ਜਿਹੜੀਆਂ ਚੀਜ਼ਾਂ ਪ੍ਰਤੀ ਡਿਸਟਰਬੈਂਸ ਸਰਕਾਰੀ ਮਹਿਕਮਿਆਂ ਦੁਆਰਾ ਕ੍ਰੀਏਟ ਕੀਤੀ ਜਾ ਰਹੀ ਹੈ, ਭਾਵੇਂ ਬਿਜਲੀ ਵਿਭਾਗ ਹੈ, ਭਾਵੇਂ ਡਰੇਨੇਜ ਵਿਭਾਗ ਹੈ, ਭਾਵੇਂ ਕੋਈ ਹੋਰ ਡਿਪਾਰਟਮੈਂਟ ਫਲਾਣਾ ਢਿਮਕਾ, ਕਿ ਹੁਣ ਫਿਰ ਤੁਹਾਨੂੰ ਵੀ ਧਰਨੇ ਲਾਉਣੇ ਪੈਣਗੇ ਜਾਂ ਸਾਡੇ ਇਸ ਪਰਿਵਾਰ ਨੂੰ ਵੀ ਧਰਨੇ ਲਾਉਣੇ ਪੈਣਗੇ? ਇਹ ਤੇ ਮੈਨੂੰ ਲੱਗਦਾ ਹੁਣ ਸਰਕਾਰ ਨੂੰ ਵਿਚਾਰਨਾ ਪਏਗਾ ਗੰਭੀਰਤਾ ਨਾਲ ਵੀ ਉਹਨਾਂ ਨੂੰ ਸੰਵਿਧਾਨਿਕ ਇਨਸਾਨੀਅਤ ਵਾਲੀ ਭਾਸ਼ਾ ਜਿਹੜੀ ਹੈ ਉਹ ਸਮਝ ਵਿੱਚ ਆਉਂਦੀ ਹੈ ਜਾਂ ਫਿਰ ਜਿਹੜੇ ਐ ਵੀ ਉਹੀ ਭਾਸ਼ਾ ਸਮਝ ਵਿੱਚ ਆਉਂਦੀ ਹੈ ਜਿਹੜੀ ਕਿ ਸੜਕਾਂ ਦੇ ਉੱਤੇ ਖੜ ਕੇ ਧਰਨੇ ਲਾ ਕੇ ਜਾਂ ਕੋਠੀਆਂ ਦੇ ਅੱਗੇ ਜਾ ਕੇ ਜਦੋਂ ਬੋਲਿਆ ਜਾਂਦਾ ਹੈ ਵੀ ਉਸ ਵੇਲੇ ਵਾਲੀ ਭਾਸ਼ਾ ਹੀ ਸਮਝ ਵਿੱਚ ਆਉਂਦੀ ਹੈ। ਇਹ ਤੇ ਹੁਣ ਉਹਨਾਂ ਤੇ ਹੀ ਡਿਪੈਂਡ ਕਰਦਾ ਹੈ ਵੀ ਉਹ ਕੀ ਚਾਹੁੰਦੇ ਆ, ਕਿੱਦਾਂ ਸਮਝਣਾ ਚਾਹੁੰਦੇ ਆ, ਹੈ ਨਾ। ਪਰ ਇਹ ਬੜੀ ਮਤਲਬ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਵੀ ਜੇਕਰ ਇੰਨੇ ਵੱਡੀ ਗਿਣਤੀ ਅੱਜ ਡਿਪਰੈਸ਼ਨ 'ਚ ਜਾ ਰਹੀ ਹੈ, ਹਾਲਾਤ ਇਹੋ ਜਿਹੇ ਬਣੇ ਹੋਏ ਆ। ਸਭ ਤੋਂ ਵੱਡਾ ਰੋਗ ਜਿਹੜਾ ਹੈ ਨਾ, ਸਭ ਤੋਂ ਵੱਡੀ ਬਿਮਾਰੀ ਜਿਹੜੀ ਹੈ ਨਾ ਅੱਜ ਕੱਲ੍ਹ ਡਿਪਰੈਸ਼ਨ ਦੀ ਬਣਦੀ ਜਾ ਰਹੀ ਹੈ। ਵੀ ਜੇ ਇਹਦੇ ਲਈ ਜਿਵੇਂ ਗੱਲ ਕਰੀ ਵੀ ਐਕਟ ਬਣ ਗਿਆ ਮੈਂਟਲ ਹੈਲਥ 1987 ਦਾ ਬਣਿਆ ਹੋਇਆ ਹੈ, ਅਮੈਂਡ ਕਰੀ ਜਾਂਦੇ ਆ ਮਤਲਬ 17 ਦੇ ਵਿੱਚ ਫਿਰ ਅਮੈਂਡ ਕਰ ਦਿੱਤਾ, ਪਰ ਉਹਦੇ ਲਈ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਹੈ, ਜਿਹੜੀਆਂ ਡੈਜ਼ਿਗਨੇਟਿਡ ਟੀਮਾਂ ਚਾਹੀਦੀਆਂ ਹੈ, ਜਿਹੜੇ ਅਧਿਕਾਰੀ ਅਤੇ ਜਿਹੜੇ ਡਿਪਾਰਟਮੈਂਟ ਜ਼ਿੰਮੇਵਾਰ ਜਾਂ ਅਨਸਰੇਬਲ ਬਣਾਉਣੇ ਚਾਹੀਦੀਆਂ, ਜਦੋਂ ਉਹਨਾਂ ਨੂੰ ਸੈਂਸਿਟਾਈਜ਼ ਨਹੀਂ ਕਰੋਗੇ, ਨਹੀਂ ਬਣਾਓਗੇ ਤੇ ਫਿਰ ਉਹ ਸਭ ਕੁਝ ਕਿਤਾਬਾਂ ਦੇ ਵਿੱਚ ਬੇਮੈਨੀ ਹੋ ਕੇ ਰਹਿ ਗਿਆ। ਇੱਦਾਂ ਹੀ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਪਰਸਨ ਵਿਦ ਡਿਸੇਬਿਲਿਟੀ ਐਕਟ ਬਣ ਗਿਆ, ਹੁਣ ਸੀਨੀਅਰ ਸਿਟੀਜ਼ਨ ਐਕਟ ਬਣ ਗਿਆ। ਹੁਣ ਐਕਟ ਤਾਂ ਸਾਰੇ ਬਣਾ ਦਿੱਤੇ, ਜੁਵੇਨਲ ਜਸਟਿਸ ਐਕਟ ਬਣਾ ਦਿੱਤਾ, ਪਰ ਮਸਲਾ ਤਾਂ ਇਹ ਹੈ ਵੀ ਉਹ ਬੱਚੇ ਨੂੰ ਜਿਹੜਾ ਐਕਟ ਬਣਾਇਆ, ਬੱਚਿਆਂ ਦੇ ਲਈ ਐਕਟ ਬਣਾਇਆ ਹੈਗਾ, ਉਹਦੇ ਮੁਤਾਬਕ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾਂ ਬੱਚਿਆਂ ਦੀਆਂ ਲੋੜਾਂ, ਕਿੰਨੇ ਤਰ੍ਹਾਂ ਦੇ ਬੱਚੇ ਆ ਸਾਡੇ, ਹੈ ਨਾ। ਸਾਡੇ ਕੋਲੇ ਬੜੇ ਤਰ੍ਹਾਂ ਦੇ ਬੱਚੇ ਆ ਕਿ ਮਤਲਬ ਮਦਰ ਦੀ ਡੈਥ ਹੋ ਗਈ ਜਾਂ ਫਾਦਰ ਦੀ ਡੈਥ ਹੋ ਗਈ, ਮਦਰ ਨੇ ਸ਼ਾਦੀ ਹੋਰ ਕਰ ਲਈ, ਬੱਚਾ ਰੋਣ ਲੱਗ ਗਿਆ, ਜਾਂ ਬੱਚਿਆਂ ਨੇ ਇੱਥੇ ਜਨਮ ਲਿਆ ਜਾਂ ਕਿਸੇ ਨੂੰ ਕ੍ਰੈਡਲ 'ਚ ਕੋਈ ਕਿਤੇ ਛੱਡ ਗਿਆ। ਉਹਨਾਂ ਦੀਆਂ ਕੈਟਾਗਰੀਜ਼ ਹੀ ਬਹੁਤ ਹੈ। ਫਿਰ ਵਿਦ ਕੰਟੇਜੀਅਸ ਡਿਜ਼ੀਜ਼ ਜਦੋਂ ਬੱਚੇ ਆਉਂਦੇ ਆ, ਫਿਰ ਉਹਨੂੰ ਆਈਸੋਲੇਟ ਕਿੱਦਾਂ ਕਰਨਾ, ਨੌਜਵਾਨ ਆਉਂਦੇ ਆ ਉਹਨਾਂ ਨੂੰ ਆਈਸੋਲੇਟ ਕਿੱਦਾਂ ਕਰਨਾ, ਜਿਹੜੇ ਹਾਈਪਰ ਹੈਗੇ ਆ ਕੰਟੇਜੀਅਸ ਡਿਜ਼ੀਜ਼ ਨਾਲ ਉਹਨਾਂ ਨੂੰ ਕਿੱਦਾਂ ਆਈਸੋਲੇਟ ਕਿੱਦਾਂ ਕਰਨਾ, ਇਹ ਬਹੁਤ ਵੱਡੇ ਸਾਡੇ ਦੇਸ਼ ਦੀ ਲੋੜ ਹੈਗੀ ਹੈ। ਮੈਂ ਹੱਥ ਬੰਨ੍ਹ ਕੇ ਹੀ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨਾਂ ਦੀ ਸਮੱਸਿਆ ਨੂੰ ਸਮਝਿਆ ਜਾਵੇ। ਇੱਕ ਨਾਗਰਿਕ ਦੇ ਨਾਲ ਜੋ ਲੇਟੈਸਟ ਆਪਾਂ ਰਿਪੋਰਟਾਂ ਦੇਖੀਏ ਉਹਦੇ ਵਿੱਚ ਤਾਂ ਇਹ ਕਹਿੰਦੇ 5% ਦੀ ਪ੍ਰੋਬਲਮ ਡਿਪਰੈਸ਼ਨ 'ਚ ਚਲੇ ਗਏ ਲੋਕ, 5% ਤਾਂ ਹਸਪੀਟਲਾਈਜ਼ ਕਰਨ ਦੀ ਲੋੜ ਹੈ। ਮੈਂ ਕਿਹਾ ਨਹੀਂ 5 ਨੂੰ ਨਹੀਂ, ਜੇ ਅਸੀਂ 1% ਨੂੰ ਵੀ ਮੰਨ ਲਈਏ ਤੁਹਾਡੀ ਗੱਲ, ਇਹ ਸਰਕਾਰੀ ਫਿਗਰਸ ਜਿਹੜੇ ਦੱਸਦੇ ਸੀ, ਮੈਂ ਕਿਹਾ ਜੇ 1% ਨੂੰ ਵੀ ਮੰਨ ਲਈਏ 3 ਕਰੋੜ ਦੇ ਵਿੱਚੋਂ 3 ਲੱਖ ਤਾਂ ਹੋਏਗੇ ਨਾ, ਸਿੱਧੀ ਜੀ ਗੱਲ। 3 ਲੱਖ ਕੀ 1 ਲੱਖ ਕੀ, ਇੱਥੇ 1000 ਨੂੰ ਸੰਭਾਲਣ ਦਾ ਅਰੇਂਜਮੈਂਟ ਵੀ ਹੈਗਾ। ਆਉਣ ਵਾਲੇ ਦਿਨ ਫਿਰ ਫੈਮਲੀਆਂ ਡਿਸਟਰਬ ਹੋ ਰਹੀਆਂ, ਫਿਰ ਇਹ ਤਾਂ ਇੰਨੀ ਵੱਡੀ ਗਿਣਤੀ ਹੈ, ਕਾਫਲੇ ਬਣ ਕੇ ਲੋਕ ਫਿਰ ਸੜਕਾਂ ਤੇ ਆਉਣਗੇ ਜੇਕਰ ਆਪਾਂ ਇਹਨਾਂ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰਾਂਗੇ। ਘਰ ਦੇ ਵਿੱਚ ਮਰਨ ਲਈ ਤਾਂ ਕੋਈ ਤਿਆਰ ਨਹੀਂ ਹੋਏਗਾ। ਇਸ ਕਰਕੇ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਦੇ ਲਈ ਵਿਸ਼ੇਸ਼ ਜਿਹੜਾ ਹੈਗਾ ਧਿਆਨ ਦਿੱਤਾ ਜਾਵੇ, ਗੰਭੀਰਤਾ ਨਾਲ ਇਹ ਮੁੱਦਾ ਵਿਚਾਰਿਆ ਜਾਵੇ, ਜਿਹਦੇ ਵਿੱਚ ਡਿਪਰੈਸ਼ਨ ਤੋਂ ਪੀੜਤ ਨਾਗਰਿਕ ਹੈ, ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹਨਾਂ ਦੀ ਅਖੀਰਲੇ ਸਮੇਂ 'ਚ ਰੁਲ ਕੇ ਨਾ ਜਾਣ ਸੰਸਾਰ ਤੋਂ, ਤੇ ਜਿਹੜੇ ਇੰਟੈਲੈਕਚੁਅਲੀ ਵੀਕ ਨਾਗਰਿਕ ਹੈਗੇ ਜਦੋਂ ਮਾਂ-ਬਾਪ ਸਿਰ ਤੋਂ ਚਲੇ ਗਏ, ਉਹ ਲੜਕੀ ਤੇ ਉਹ ਲੜਕਾ ਜਿਹੜਾ ਹੈਗਾ ਉਹ ਰੁਲਦਾ ਹੈ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦਾ। ਗਿਣਤੀ ਲੱਖਾਂ ਵਿੱਚ ਹੈ। ਇਹ ਸਾਡੇ ਦੇਸ਼ ਨੂੰ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਸਾਡੇ ਸਾਰੀਆਂ ਸਟੇਟਾਂ ਦੇ CM ਨੂੰ ਇਹ ਬਹੁਤ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ, ਤਾਂ ਜੋ ਮਤਲਬ ਸਾਰਿਆਂ ਨੂੰ ਜੋ ਸੰਵਿਧਾਨਿਕ ਡਿਊਟੀ ਉਹਨਾਂ ਦੀ ਬਣਦੀ ਹੈ ਉਹਦੇ ਮੁਤਾਬਕ ਜੇ ਉਹ ਕੰਮ ਕਰਨ ਤਾਂ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦਾ ਮੌਕਾ ਮਿਲ ਸਕਦਾ ਹੈ। ਨਹੀਂ ਸੁਖਾਮ ਜਦੋਂ ਆਪਾਂ ਸੰਵਿਧਾਨ ਨੂੰ ਛੇਕੇ ਟੰਗਾਂਗੇ ਤੇ ਫਿਰ ਉਸ ਦੇ ਵਿੱਚ, ਕਿਉਂਕਿ ਸੰਵਿਧਾਨ ਦੇ ਵਿੱਚ ਤਾਂ ਇਹ ਨਾਗਰਿਕ ਹੈ ਨਾ, ਸੰਵਿਧਾਨ ਨੇ ਤਾਂ ਮੌਕਾ ਦਿੱਤਾ, ਜੇ ਦੇਸ਼ ਦੇ ਨਾਗਰਿਕ ਹੈ ਤੇ ਬਜਟ ਵਿੱਚ ਇਹਨਾਂ ਦਾ ਹਿੱਸਾ ਹੈ, ਤੇ ਫਿਰ ਇਸ ਕਰਕੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਹਿੱਸਾ ਹੈ ਉਹਦੇ ਮੁਤਾਬਕ ਇਹਨਾਂ ਲਈ ਇਨਫਰਾਸਟ੍ਰਕਚਰ ਬਣਾਉਣਾ ਚਾਹੀਦਾ ਹੈ। ਸਕੂਲਾਂ ਦੇ ਵਿੱਚ ਵੀ ਅਰੇਂਜਮੈਂਟ ਕਰਨਾ ਚਾਹੀਦਾ। ਸਾਡੇ ਬੱਚੇ ਜਦੋਂ ਸਕੂਲਾਂ ਨੂੰ ਜਾਂਦੇ ਹਨ, ਕੋਈ ਇਸ ਤਰ੍ਹਾਂ ਦਾ ਨਾ ਸਕੂਲ ਡਿਜ਼ਾਈਨ ਕੀਤਾ ਮਿਲਦਾ ਹੈ ਤੇ ਨਾ ਹੀ ਬੱਸਾਂ ਦੇ ਵਿੱਚ ਵੀਲ ਚੇਅਰ ਨਾਲ ਜਦੋਂ ਜਾਣਾ ਹੁੰਦਾ, ਵੀਲ ਚੇਅਰ ਹੋਈਆਂ ਡਿਜ਼ਾਈਨ ਕੀਤੀਆਂ ਹੁੰਦੀਆਂ ਨਾ, ਬੱਸਾਂ ਨੂੰ ਉਹਦਾ ਡਿਜ਼ਾਈਨ ਕਰਨ ਵਾਸਤੇ ਕੋਈ ਇੱਦਾਂ ਦੀਆਂ ਵਰਕਸ਼ਾਪਸ ਹੀ ਦਿਖਦੀਆਂ ਹੈਗੀਆਂ। ਇਸ ਕਰਕੇ ਇਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹਨਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਸਮਝਣ ਦੀ ਗੱਲ ਹੈ ਪਿਆਰੇ ਦਰਸ਼ਕੋ, ਕਰੋੜਾਂ ਦੇ ਵਿੱਚ। ਔਰ ਇਸ ਸਾਰੀ ਗੱਲਬਾਤ ਨੂੰ ਅੱਜ ਇੱਥੇ ਵਿਰਾਮ ਦੇਵਾਂਗਾ, ਪਰੰਤੂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਅਗਲੀ ਵਾਰ ਜਦੋਂ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਰਾਂ ਨਾਲ ਬੈਠਾਂਗੇ, ਇਸ ਪਰਿਵਾਰ ਦੇ ਵਿੱਚ ਬੈਠਾਂਗੇ, ਤਾਂ ਅਗਲੀ ਵਾਰ ਅਸੀਂ ਜਿਸ ਵਿਸ਼ੇ ਨੂੰ ਛੋਹਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਨਾ ਇਹ ਖੇਤਰ ਇੰਨਾ ਕੁ ਜ਼ਿਆਦਾ ਵਿਸ਼ਾਲ ਹੈ, ਇਸ ਦੇ ਵਿੱਚ ਅਸੀਂ ਜਦੋਂ ਗੱਲ ਕਰਾਂਗੇ ਮਨੁੱਖੀ ਸੰਵੇਦਨਾ ਦੀ ਗੱਲ ਕਰਾਂਗੇ, ਅਸੀਂ ਮਨੁੱਖੀ ਦਿਮਾਗ ਔਰ ਮਨੁੱਖੀ ਮਨ ਦੀ ਗੱਲ ਕਰਾਂਗੇ। ਮਨੁੱਖੀ ਮਨ, ਮਨੁੱਖੀ ਦਿਮਾਗ, ਕਿਉਂਕਿ
ਇਹ ਹਿਊਮਨ ਟੈਂਡੈਂਸੀ ਹੈ ਕਿ ਮੈਂਟਲ ਹੈਲਥ ਜਿਹੜੀ ਗੱਲ ਸ਼ਮਸ਼ੇਰ ਸਰ ਹੋਰਾਂ ਨੇ ਕੀਤੀ ਆ ਕਿ ਜੇ 1% ਵੀ ਸਾਂਭ ਲਿਆ ਜਾਂਦਾ ਉਹੀ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ। ਨਹੀਂ ਤਾਂ ਜਿਸ ਤਰੀਕੇ ਨਾਲ ਮਨੁੱਖੀ ਮੈਂਟਲ ਹੈਲਥ ਮਾਨਸਿਕ ਸਿਹਤ ਸਾਡੀ ਖਰਾਬ ਹੋ ਰਹੀ ਹੈ, ਉਹ ਦਿਨ ਦੂਰ ਨਹੀਂ ਕਿ ਸਾਨੂੰ ਆਪਣੀਆਂ ਸੜਕਾਂ ਦੇ ਉੱਤੇ ਭੀੜਾਂ ਨਜ਼ਰ ਆਉਣਗੀਆਂ ਤੁਰੀਆਂ ਹੋਈਆਂ। ਉਹ ਭੀੜਾਂ ਕਿਸ ਰੂਪ ਦੇ ਵਿੱਚ ਹੋਣਗੀਆਂ, ਕਿਸ ਸਰੂਪ ਦੇ ਵਿੱਚ ਹੋਣਗੀਆਂ, ਕੀ ਹਾਲ ਕਰਨਗੀਆਂ, ਇਹ ਦੇਖਣ ਵਾਲੀ ਗੱਲ ਹੋਏਗੀ। ਉਸ ਭੀੜ ਦੇ ਵਿੱਚ ਮੈਂ ਵੀ ਸ਼ਾਮਲ ਹੋ ਸਕਦਾ, ਤੁਸੀਂ, ਤੁਹਾਡੇ ਪੁੱਤ ਭਤੀਜੇ, ਕੋਈ ਵੀ ਸ਼ਾਮਲ ਹੋ ਸਕਦਾ ਜਿਸ ਤਰੀਕੇ ਨਾਲ ਮੈਂਟਲ ਹੈਲਥ ਦੇ ਸਟੇਟਸ ਜਿਹੜੇ ਆ ਉਹ ਸਾਡੇ ਲਗਾਤਾਰ ਵਿਗੜਦੇ ਜਾ ਰਹੇ ਆ। ਕੀ ਮੈਂ ਠੀਕ ਹੈ? ਨਹੀਂ, ਬਿਲਕੁਲ ਇਹ ਤੁਹਾਡੀ ਗੱਲ ਸਾਨੂੰ ਤਾਂ ਬਹੁਤ ਵਾਰ ਕਿਹਾ ਜਾ ਰਿਹਾ, ਅਸੀਂ ਕਹੇ ਨਹੀਂ ਕਰਨਾ ਜੇ, ਨਹੀਂ ਕਰਨਾ। ਹਾਲਾਤ ਇੱਥੋਂ ਤੱਕ ਬਣੇ ਹੋਏ ਆ, ਕਹਿੰਦੇ ਜਦੋਂ ਆਪਾਂ ਉੱਥੇ ਲੈ ਕੇ ਜਾਈਏ ਇਹਨਾਂ ਦੀ ਹਾਲਤ ਦਿਖਾਈਏ, ਕਹਿੰਦੇ ਟਾਇਲਟ ਵੈਨ ਨਾਲ ਲੈ ਕੇ ਜਾਈਏ ਕਿ ਨਾਲ ਲੈ ਕੇ ਜਾਈਏ। ਇਹ ਲੋਕ ਉੱਥੇ ਮਤਲਬ ਜਿਹੜਾ ਕਿਸ ਤਰੀਕੇ ਨਾਲ ਕਹਿੰਦੇ ਵੀ ਉੱਥੇ ਉਹ ਹੈਂਡਲ ਕਿੱਦਾਂ ਕਰੇਗੀ ਸਰਕਾਰ ਇਹਨਾਂ ਨੂੰ। ਮੈਂ ਕਿਹਾ ਨਹੀਂ, ਅਜੇ ਆਪਾਂ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਆਪਣੇ ਦੇਸ਼ ਦੇ ਵਾਰਸਾਂ ਨੂੰ ਵੀ ਨਹੀਂ, ਇਹ ਵੌਇਸਲੈਸ ਹੈ। ਇਹਨਾਂ ਦਾ ਕਸੂਰ ਕੀ ਹੈ ਕਿ ਸਾਡੇ ਦੇਸ਼ ਦੇ ਨਾਗਰਿਕ ਜਿਨ੍ਹਾਂ ਨੂੰ ਇੰਨਾ ਬੁਰੀ ਤਰ੍ਹਾਂ ਇਗਨੋਰ ਕਰ ਦਿੱਤਾ ਗਿਆ। ਮੈਨੀਫੈਸਟੋ ਤੱਕ ਵੀ ਅੱਜ ਇਹਨਾਂ ਨੇ ਐਡ ਨਹੀਂ ਕੀਤਾ, ਸਟੇਜ ਤੇ ਖੜ ਕੇ ਗੱਲ ਤੱਕ ਨਹੀਂ ਕੀਤੀ ਜਾ ਰਹੀ ਵੀ ਲਾਈਕ ਪਬਲਿਕ ਜਿਹੜੀ ਹੈਗੀ ਆ ਉਹ ਬਹੁਤ ਪਰੇਸ਼ਾਨੀ ਹੈ। ਇੱਕ ਪਰਿਵਾਰ ਦੇ ਵਿੱਚ ਬੱਚਾ ਹੋਵੇ ਨਾ ਜੀ, ਸਾਰਾ ਪਰਿਵਾਰ ਹੀ ਡਿਸਟਰਬ ਹੈ। ਤੇ ਜਦੋਂ ਮੈਂ ਗੱਲ ਕਰਦਾ ਵੀ ਜੇਕਰ ਉਹ ਇਹਦੀ ਗਿਣਤੀ ਬਹੁਤ ਜ਼ਿਆਦਾ ਹੈ, ਮੈਂ ਤਾਂ ਇੱਕ ਦਿਨ ਮਹਿਸੂਸ ਕਰ ਰਿਹਾ ਸੀ ਵੀ ਇਹ ਤਾਂ ਸੀਐਮ ਆਪਣਾ ਬਣਾ ਸਕਦੇ ਆ। ਯੈਸ, ਜਿਹੜੇ ਬਹੁਤ ਵੱਡੀ ਗੱਲ ਹੈ। ਪਰੇਸ਼ਾਨ ਹੋਏ ਆ ਨਾ ਲੋਕ, ਜਿੰਨੇ ਘਰਾਂ 'ਚ ਇੱਕ ਮੈਂਬਰ ਹੈਗਾ ਤੇ ਉਹਨਾਂ ਦੀ ਗਿਣਤੀ ਨਿਮਹਾਂਸ ਦੀ, ਪਹਿਲਾਂ ਮੈਂ ਸਰਵੇ ਦੀ ਰਿਪੋਰਟ ਦੇਖੀ ਸੀ ਵੀ ਇੱਕ ਮੈਂਬਰ ਹੈ, ਉਹਨਾਂ ਦੀ ਗਿਣਤੀ ਇੰਨੀ ਵੱਡੀ ਹੈ, ਉਹਨਾਂ ਦੇ ਨਾਲ 3-4 ਮੈਂਬਰ ਪਰਿਵਾਰ 'ਚ ਹੁੰਦੇ ਹੀ ਹੈ, ਉਹ ਵੀ ਡਿਸਟਰਬ ਹੋਏ ਹੈ ਵੀ ਇਹ ਤਾਂ 2 ਕਰੋੜ ਦੇ ਕਰੀਬ ਗਿਣਤੀ ਬਣ ਗਈ ਸੀ ਜੇ ਸਟੇਟ ਦੀ 3 ਕਰੋੜ ਦੀ ਆਬਾਦੀ ਹੈ। ਤੇ ਮੈਂ ਕਿਹਾ ਵੀ ਇਹ ਤਾਂ ਫਿਰ ਆਪਣਾ ਸੀਐਮ ਬਣਾ ਲੈਣਗੇ, ਮੜਾ ਇਹਨਾਂ ਨੂੰ ਤਾਂ ਇੱਕ ਬੰਦਾ ਅਵੇਅਰ ਕਰਨ ਵਾਲਾ ਚਾਹੀਦਾ। ਤੇ ਇਸ ਕਰਕੇ ਸਰਕਾਰਾਂ ਦੀ ਜਿਹੜੀ ਸੰਵਿਧਾਨਿਕ ਡਿਊਟੀ ਬਣੀ ਤਾਂ ਕਿ ਦੇਸ਼ ਦੇ ਵਿੱਚ ਬੜਾ ਅਮਨ ਸ਼ਾਂਤੀ ਨਾਲ ਸਾਰਿਆਂ ਨੂੰ ਜ਼ਿੰਦਗੀ ਜੀਣ ਦਾ ਮੌਕਾ ਮਿਲ ਸਕੇ, ਰੀਹੈਬਲੀਟੇਸ਼ਨ ਦਾ ਮੌਕਾ ਮਿਲ ਸਕੇ। ਇਸ ਕਰਕੇ ਇਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਆਪਣੀ ਜਿਹੜੀ ਗੱਲ ਹੈ ਵੀ ਲੋਕ ਡਿਪਰੈਸ਼ਨ 'ਚ ਕਿਉਂ ਜਾ ਰਹੇ ਹੈ ਤੇ ਜਿਹੜੇ ਚਲੇ ਗਏ ਹੈ ਜਲਦੀ ਰੀਹੈਬਲੀਟੇਟ ਕਿਵੇਂ ਹੋ ਸਕਦੇ ਆ, ਇਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਜ਼ਰੂਰ ਗੱਲ ਕਰਾਂਗੇ ਜੀ, ਕਿਉਂਕਿ ਇਹ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਸਰ। ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜੇ ਤੰਦਰੁਸਤ ਸਮਾਜ ਹੋਵੇ ਤਾਂ ਤੰਦਰੁਸਤੀ ਸਿਰਫ ਸਾਡੇ ਸਰੀਰਕ ਨਾ ਝੱਲ ਕੇ ਮਾਨਸਿਕ ਤੰਦਰੁਸਤੀ ਸਭ ਤੋਂ ਜ਼ਿਆਦਾ ਅਹਿਮ ਹੈ। ਔਰ ਉਸੇ ਮਾਨਸਿਕ ਤੰਦਰੁਸਤੀ ਦੇ ਵਿੱਚੋਂ ਹੀ ਕੁਦਰਤ ਦੇ ਫਲਸਫੇ ਦੇ ਨਾਲ ਵਿਚਰਦਿਆਂ ਆਪਾਂ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਮੈਂ ਇਸੇ ਸ਼ਬਦ ਨਾਲ ਤੁਹਾਡੇ ਤੋਂ ਵਿਦਾਈ ਲਵਾਂਗਾ, ਇਹਨਾਂ ਸਤਰਾਂ ਨਾਲ ਹੀ ਵਿਦਾਈ ਲਵਾਂਗਾ ਕਿ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਚੋਣ ਮਨੋਰਥ ਪੱਤਰ ਜਾਂ ਮੈਨੀਫੈਸਟੋ ਬਣਾਏ ਜਾਂਦੇ ਆ, ਉਹਨਾਂ ਦੇ ਵਿੱਚ ਇਹਨਾਂ ਲੋਕਾਂ ਦਾ ਜ਼ਿਕਰ ਕੀਤੇ ਬਿਨਾਂ ਚੋਣ ਮਨੋਰਥ ਪੱਤਰ ਜਿਹੜਾ ਹੈ, ਇਲੈਕਸ਼ਨ ਮੈਨੀਫੈਸਟੋ ਜਿਹੜਾ ਹੈ, ਉਹ ਪੂਰਨ ਨਹੀਂ ਹੋਣਾ ਚਾਹੀਦਾ। ਇਹਨਾਂ ਦੇ ਵੀ ਹੱਕ ਨੇ ਤੇ ਇਹਨਾਂ ਦੇ ਹੱਕ ਦੇਣੇ ਸਰਕਾਰਾਂ ਦੇ ਔਰ ਸਾਡੀ ਸੁਸਾਇਟੀ ਦੇ ਫਰਜ਼ ਨੇ। ਚੰਗਾ ਭਾਜੀ, ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।